ਸਤਿ ਸ਼੍ਰੀ ਅਕਾਲ ਦੋਸਤੋ, ਲੋਕਰਾਣਾ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਕਿਸਾਨਾਂ ਦਾ ਨੇਤਾ ਬੂਟਾ ਸਿੰਘ ਸ਼ਾਦੀਪੁਰ ਸਾਹਿਬ ਮੌਜੂਦ ਨੇ। ਸ਼ਾਦੀਪੁਰ ਸਾਹਿਬ, ਸਵਾਗਤ ਹੈ ਤੁਹਾਡਾ ਲੋਕਰਾਣਾ ਤੇ। ਧੰਨਵਾਦ, ਮਿਹਰਬਾਨੀ ਜੀ ਦੋਸਤੋ, 3 ਖੇਤੀ ਕਾਨੂੰਨਾਂ ਦਾ ਅੰਦੋਲਨ ਇਤਿਹਾਸ ਦਾ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਸੀ। ਉਹ ਖਾਸ ਕਰਕੇ 3 ਖੇਤੀ ਕਾਨੂੰਨ ਸੀ। ਕਿਸਾਨ ਆਗੂ ਜਿਹਨਾਂ ਨੂੰ ਕਹਿੰਦੇ ਸੀ ਕਿ ਅਸੀਂ ਵਾਪਸ ਕਰਵਾ ਲਏ। ਸੱਚਮੁੱਚ ਉਹ ਕਾਨੂੰਨ ਵਾਪਸ ਹੋ ਵੀ ਗਏ ਸੀ, ਪਰ ਹੁਣ ਕੁਛ ਕੁ ਰਿਪੋਰਟਾਂ ਨੇ ਜਿਹੜੀਆਂ ਆਪਣੀਆਂ ਸਰਕਾਰ ਦੀਆਂ ਰਿਪੋਰਟਾਂ ਨੇ, ਆਪਣੇ ਉਹਨਾਂ ਦੇ ਅਦਾਰਿਆਂ ਦੀ ਰਿਪੋਰਟਾਂ ਨੇ, ਜਿਹੜੀਆਂ ਮੁੜ ਉਹਨਾਂ ਅਦਾਰਿਆਂ ਨੇ ਸਰਕਾਰ ਨੂੰ ਰਿਪੋਰਟਾਂ ਸੌਂਪੀਆਂ ਨੇ। ਉਹ ਹੈਗਾ ਕਿ MSP ਖਤਮ ਕਰਨ ਬਾਰੇ, ਕਿ MSP ਖਤਮ ਕੀਤੀ ਜਾਵੇ। ਇਹੀ ਇੱਕ ਹੱਲ ਹੈਗਾ, ਨਹੀਂ ਤਾਂ ਜਿਹੜੀ ਆਰਥਿਕਤਾ ਦੇਸ਼ ਦੀ, ਉਹ ਆਰਥਿਕਤਾ ਵਿਗੜ ਜਾਊਗੀ। ਨਾ ਤਾਂ ਅਸੀਂ ਦੇਸ਼ ਦੀ ਮੰਡੀ ਦੇ ਵਿੱਚ ਖੜ੍ਹ ਸਕਦੇ ਹਾਂ, ਨਾ ਅਸੀਂ ਕੌਮਾਂਤਰੀ ਜਿਹੜੀ ਮੰਡੀ ਹੈ ਸਾਡੀ ਉਸ ਮੰਡੀ ਦੇ ਵਿੱਚ ਖੜ੍ਹ ਸਕਦੇ ਹਾਂ। ਸੋ MSP ਹਟਾਉਣ ਦੀ ਇੱਕ ਵਾਰ ਫਿਰ ਜਿਹੜੀ ਹੈਗੀ ਗੱਲ ਉਹ ਤੁਰ ਰਹੀ ਹੈ। MSP ਦੇ ਉੱਪਰ ਹੀ ਅੰਦੋਲਨ ਲੜਿਆ ਗਿਆ ਸੀ। ਪਹਿਲਾਂ ਤਾਂ 3 ਕਾਨੂੰਨ ਸੀ। ਜਦੋਂ ਅੰਦੋਲਨ ਪੰਜਾਬ ਦੇ ਵਿੱਚ ਸੀ, ਉਦੋਂ ਕਿਸਾਨ ਆਗੂਆਂ ਵੱਲੋਂ ਇੱਕ ਮੰਗ ਰੱਖੀ ਗਈ ਸੀ ਕਿ ਇਹਨਾਂ ਦੇ ਨਾਲ ਤੁਸੀਂ ਇੱਕ ਗੱਲ ਦੀ ਗਾਰੰਟੀ ਦੇ ਦਿਓ ਕਾਨੂੰਨਾਂ ਦੇ ਨਾਲ ਸਾਨੂੰ ਕਿ MSP ਖਤਮ ਨਹੀਂ ਹੋਊਗੀ। ਪਰ ਜਦੋਂ ਆਹ ਅੰਦੋਲਨ ਇੱਕ ਵੱਡਾ ਰੂਪ ਧਾਰ ਗਿਆ ਜਨਸ਼ਕਤੀ ਦਾ, ਤਾਂ ਉਦੋਂ ਗੱਲ ਚੱਲ ਪਈ 3 ਖੇਤੀ ਕਾਨੂੰਨ ਹੀ ਅਸੀਂ ਤਾਂ ਹੁਣ ਵਾਪਸ ਕਰਵਾਵਾਂਗੇ। ਅਖੀਰ BJP ਸਰਕਾਰ ਨੇ 3 ਖੇਤੀ ਕਾਨੂੰਨ ਵਾਪਸ ਲੈ ਵੀ ਲਏ। ਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਸੀ ਕਿ ਸਾਡਾ ਧਰਨਾ ਜਿਹੜਾ ਹੈਗਾ, ਧਰਨਾ ਅਸੀਂ ਸਸਪੈਂਡ ਕੀਤਾ, ਅਸੀਂ ਮੁਲਤਵੀ ਕੀਤਾ ਇਹ ਧਰਨਾ। ਅਸੀਂ ਆਪਣੇ ਇਸ ਅੰਦੋਲਨ ਨੂੰ ਖਤਮ ਨਹੀਂ ਕਰ ਰਹੇ ਹੈਗੇ। ਸਾਡੀ ਇੱਕ ਮੰਗ ਹੈਗੀ ਹੈ MSP ਦੀ, ਕਿ ਅਸੀਂ MSP ਦੀ ਮੰਗ ਦੇ ਉੱਪਰ ਲੜਾਂਗੇ, ਇਕੱਠੇ ਹੋ ਕੇ ਲੜਾਂਗੇ। MSP ਦੀ ਮੰਗ ਦੇ ਉੱਪਰ ਫਿਲਹਾਲ ਕਿਸਾਨ ਆਗੂ ਇਕੱਠੇ ਤਾਂ ਹੋਏ ਨਹੀਂ। MSP ਦੀ ਲੜਾਈ ਅੱਗੇ ਹਾਲੇ ਗੱਲ ਚੱਲੀ ਨਹੀਂ ਹੈਗੀ। MSP ਦੇ ਲਈ ਲੜਾਈ ਦੇ ਰਾਹ ਦੇ ਉੱਪਰ ਤੁਰਿਆ ਨਹੀਂ ਗਿਆ ਹੈਗਾ। ਪਰ MSP ਹਟਾਉਣ ਦੀ ਗੱਲ ਪਹਿਲਾਂ ਜਿਹੜੀ ਹੈਗੀ ਆ ਉਹ ਨਿਕਲ ਕੇ ਆ ਗਈ। ਅਤੇ ਇਸ ਤੋਂ ਇਲਾਵਾ BJP ਸਰਕਾਰ ਬਾਰੇ ਅੱਜ ਕੀ ਬੂਟਾ ਸਿੰਘ ਸ਼ਾਦੀਪੁਰ ਸੋਚਦੇ ਨੇ ਕਿ BJP ਸਰਕਾਰ ਕਿਸ ਤਰੀਕੇ ਦਾ ਵਿਜ਼ਨ ਲੈ ਕੇ ਚੱਲ ਰਹੀ ਹੈ ਕਿਸਾਨੀ ਦੇ ਲਈ। ਸ਼ਾਦੀਪੁਰ ਸਾਹਿਬ, ਤੁਸੀਂ 3 ਖੇਤੀ ਕਾਨੂੰਨਾਂ ਦੀ ਲੜਾਈ ਲੜੀ, ਵੱਡਾ ਘੋਲ ਸੀ, ਇੱਕ ਵੱਡਾ ਸਟਰਗਲ ਸੀ, ਲੋਕ ਲਹਿਰ ਬਣੀ ਇੱਕ। 3 ਖੇਤੀ ਕਾਨੂੰਨ ਵਾਪਿਸ ਵੀ ਹੋ ਗਏ। ਤੁਸੀਂ ਆਉਣ ਲੱਗੇ ਉੱਥੇ ਸਿੰਘੂ ਬਾਰਡਰ ਮੀਟਿੰਗ ਕਰਕੇ ਗੱਲ ਕਹੀ ਸਾਰੀ ਜਥੇਬੰਦੀਆਂ ਨੇ ਕਿ ਸਸਪੈਂਡ ਹੈ, ਸਾਡਾ ਤਾਂ ਮੁਲਤਵੀ ਹੈ, ਅਸੀਂ ਸਾਰੀਆਂ ਮੰਗਾਂ 'ਤੇ ਇੱਕ ਵਾਰ ਫਿਰ ਲੜਾਂਗੇ। MSP ਸਾਡੀ ਪ੍ਰਮੁੱਖ ਡਿਮਾਂਡ ਹੋਊਗੀ ਇਸ ਪੂਰੀ ਲੜਾਈ ਦੇ ਵਿੱਚ। ਤੁਸੀਂ MSP ਦੇ ਉੱਪਰ ਅੰਦੋਲਨ ਅਜੇ ਸ਼ੁਰੂ ਵੀ ਨਹੀਂ ਕੀਤਾ। BJP ਸਰਕਾਰ MSP ਤੋਂ ਰਿਪੋਰਟਾਂ ਦੇ ਅਨੁਸਾਰ ਪੈਰ ਪਿੱਛੇ ਖਿੱਚਣ 'ਤੇ ਮੁੜ ਲੱਗੀ। ਪੰਗੂ ਸਾਹਿਬ, ਜਿਹੜੀ ਰਿਪੋਰਟ ਆਈ ਤੁਹਾਡੇ ਕੋਲ, ਉਹਨਾਂ ਦੇ ਆਧਾਰ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਨਾ। ਪਰ ਮੈਂ ਤਾਂ ਇੱਕੋ ਗੱਲ ਹੀ ਕਰੂੰਗਾ ਵੀ ਜਿਹੜੀਆਂ ਸਾਡੀਆਂ ਜਥੇਬੰਦੀਆਂ, ਜਿਹੜਾ ਸਾਡਾ SKM ਹੈ, ਵਾਕਿਆ ਹੀ ਉਹਨੂੰ ਸਸਪੈਂਡ ਕੀਤਾ ਸੀ, ਖਤਮ ਨਹੀਂ ਸੀ ਅੰਦੋਲਨ ਨੂੰ ਕਰਕੇ। ਉਹ ਸਸਪੈਂਡ ਆ, ਅਤੇ ਸਸਪੈਂਡ ਨੂੰ ਜਦੋਂ ਮਰਜ਼ੀ ਅਸੀਂ ਚਲਾ ਸਕਦੇ ਹਾਂ ਜਾ ਕੇ। ਮੈਂ ਤਾਂ ਇੱਕੋ ਗੱਲ ਕਰੂੰਗਾ ਕਿ ਇਹ ਜਿਹੜੀ ਮੰਡੀਆਂ 'ਚ ਗੱਲ ਉਹ ਕਰਦੇ ਨੇ ਅਸੀਂ ਖੜ੍ਹ ਨਹੀਂ ਸਕਦੇ, ਮੰਡੀਆਂ 'ਚ ਜਾ ਨਹੀਂ ਸਕਦੇ, ਉਹ ਇੱਕੋ ਇੱਕ ਉਹਨਾਂ ਦਾ ਸਿੱਧਾ ਨਿਸ਼ਾਨਾ ਜਿਹੜਾ ਕਿ ਕੋਆਪਰੇਟ ਘਰਾਣਿਆਂ ਨੂੰ ਸਭ ਕੁਝ ਸੌਂਪਣ ਦਾ, ਐਗਰੀਕਲਚਰ ਸਿਸਟਮ ਹੈ ਸਾਰਾ ਉਹਨਾਂ ਨੂੰ ਸੌਂਪਣ ਦਾ, ਉਹਦੇ ਉੱਤੇ ਦੁਬਾਰੇ ਇਹ ਗੌਰ ਇਹਦਾ ਮਤਲਬ ਫਿਰ ਸ਼ੁਰੂ ਹੋ ਗਈ। ਉਹਦੇ ਉੱਤੇ ਹੀ ਫਿਰ ਉਹ ਦੁਬਾਰੇ ਉਹ ਕਾਨੂੰਨ ਜਿਹੜੇ ਨੇ ਉਸ ਢੰਗ ਨਾਲ ਇਹ ਲਾਗੂ ਦੁਬਾਰੇ ਫਿਰ ਇਹ ਕਰਨਾ ਚਾਹੁੰਦੇ ਨੇ, ਨਵੇਂ ਲਿਆ ਕੇ। ਪਹਿਲੇ ਤਾਂ ਬਣ ਨਹੀਂ ਸਕਦੇ, ਚੱਲ ਨਹੀਂ ਸਕਦੇ, ਉਹ ਖਤਮ ਹੋ ਚੁੱਕੇ ਨੇ। ਇਹ ਦੁਬਾਰੇ ਫਿਰ ਉਹੋ ਜਿਹਾ ਕੋਈ ਫਾਰਮੂਲਾ ਤਿਆਰ ਕਰਕੇ ਤੇ ਐਗਰੀਕਲਚਰ ਨੂੰ ਖਤਮ ਕਰਨ ਵਾਸਤੇ, ਸਾਡੇ ਹੱਥਾਂ 'ਚੋਂ ਸਾਰਾ ਕੁਝ ਖੋਹਣ ਵਾਸਤੇ ਦੁਬਾਰੇ ਫਿਰ ਇਹ ਕਰਨਾ ਚਾਹੁੰਦੇ ਨੇ। ਮੈਂ ਇੱਕੋ ਗੱਲ ਹੀ ਕਹੂੰਗਾ ਇਹਦੇ ਉੱਤੇ ਵੀ ਸਰਕਾਰ ਦੁਬਾਰੇ ਫਿਰ ਸਾਡੇ ਕੋਲੋਂ ਸਾਰਾ ਕੁਝ ਖੋਹਣਾ ਚਾਹੁੰਦੀ ਹੈ, ਜਿਹੜਾ ਅਸੀਂ ਲੜ ਕੇ ਉੱਥੇ ਖਤਮ ਕਰਾ ਕੇ ਆਏ ਹਾਂ। ਸਾਰੀਆਂ ਜਥੇਬੰਦੀਆਂ ਨੂੰ ਔਰ ਟੋਟਲ ਲੋਕਾਂ ਨੂੰ ਇਹੀ ਅਪੀਲ ਹੈ ਸਾਡੇ ਵੱਲੋਂ ਕਿ ਜੇਕਰ ਇਹ ਦੁਬਾਰੇ ਇਹ ਫਿਰ ਕਾਨੂੰਨ ਲਾਗੂ ਹੋ ਗਏ ਤੇ ਖਤਮ ਹੋ ਜਾਊਗਾ ਢਾਂਚਾ ਸਾਰਾ। ਸਾਰਿਆਂ ਨੂੰ ਇੱਕੋ ਅਪੀਲ ਹੈ ਕਿ ਜਥੇਬੰਦੀਆਂ ਨੂੰ ਖਾਸ ਕਰਕੇ ਵੀ ਸਾਰੇ ਜਿਹੜੀ ਆਪਾਂ ਉੱਥੇ ਗੱਲ ਕਰਕੇ ਆਏ ਹਾਂ 9 ਤਰੀਕ ਨੂੰ, ਵੀ ਫਿਰ ਦੁਬਾਰੇ ਆ ਕੇ ਲੜਾਈ ਲੜਾਂਗੇ। MSP ਸਾਡਾ ਮੇਨ ਏਜੰਡਾ ਹੋਊਗਾ, ਉਹਦੇ ਉੱਤੇ ਦੁਬਾਰੇ ਲੜਨ ਵਾਸਤੇ ਸਾਰੇ ਫਿਰ ਤਿਆਰ ਹੋ ਜਾਓ ਤੇ ਇਕੱਠੇ ਹੋ ਜਾਓ। ਆਪਣੇ ਮਨ ਮਨਾਵ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਦਿਓ ਤੇ ਲੜਾਈ ਕੇਂਦਰ ਦੇ ਨਾਲ ਲੜਨ ਵਾਸਤੇ ਸਾਨੂੰ ਫਿਰ ਦੁਬਾਰੇ ਤਿਆਰੀ ਕਰਨੀ ਚਾਹੀਦੀ ਹੈ ਔਰ ਡਟ ਕੇ ਕਰਨੀ ਚਾਹੀਦੀ, ਜਿਵੇਂ ਪਹਿਲਾਂ ਕਰਕੇ ਗਏ ਸੀ। ਕੀ ਲੱਗਦਾ ਕਿਸਾਨ ਆਗੂ ਇਕੱਠੇ ਹੋਣਗੇ ਦੁਬਾਰੇ? ਕੋਈ ਇੱਦਾਂ ਦਾ ਤੁਹਾਡੇ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਇੱਦਾਂ ਦਾ? ਹਾਲਾਂਕਿ ਤੁਸੀਂ ਲਗਾਤਾਰ ਗੱਲ ਵੀ ਕਰਕੇ ਆਏ ਹੋ, ਲੱਗੇ ਵੀ ਰਹਿੰਦੇ ਹੋ। ਮੈਂ ਜਦੋਂ ਤੁਹਾਨੂੰ ਪੰਗੂ ਸਾਹਿਬ ਪਹਿਲਾਂ ਵੀ ਦੱਸਿਆ 1-2 ਵਾਰਾਂ ਵੀ ਜਦੋਂ ਭਾਈ ਸ਼ੁਰੂ ਦੇ ਵਿੱਚ ਇਹ ਕਾਲੇ ਕਾਨੂੰਨ ਆਏ ਨੇ, ਉਦੋਂ ਵੀ ਅਸੀਂ ਬੜਾ ਯਤਨ ਕੀਤਾ ਸੀ, ਨਹੀਂ ਸਨ ਆਗੂ ਬਹੁਤੇ ਰਲਦੇ। ਉਦੋਂ ਵੀ ਇਹ ਗੱਲ ਕਰਦੇ ਸੀ ਵੀ ਇਕੱਲੇ ਇਕੱਲੇ ਲੜੀਏ, ਇਕੱਲੇ ਇਕੱਲੇ ਲੜੀਏ। ਮੈਂ 4 ਅਗਸਤ ਨੂੰ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਅਸੀਂ ਗਏ ਸਾਂ ਉੱਧਰ ਸਮਰਾਲੇ ਕੰਨੀ, ਅਤੇ ਲੱਖੋਵਾਲ ਜੀ ਨੂੰ ਮਿਲੇ, ਉਹਨਾਂ ਨੇ ਹਾਮੀ ਭਰੀ। ਰਾਜੇਵਾਲ ਸਾਹਿਬ ਸਾਨੂੰ ਮਿਲੇ ਨਾ, ਚੱਲ ਬਾਹਰ ਸੀਗੀ, ਆਖਣ ਨਹੀਂ ਲੜਿਆ ਜਾ ਸਕਦਾ, ਇਕੱਠਿਆਂ ਹੋ ਕੇ ਅਲੱਗ-ਅਲੱਗ ਲੜੀਏ। ਅਤੇ ਫਿਰ ਉਹ 7 ਤਰੀਕ ਨੂੰ ਮੈਨੂੰ ਉੱਧਰੋਂ ਮੈਸੇਜ ਆ ਗਿਆ ਮੁਕਤਸਰ ਕੰਨੀਓ, ਅਤੇ 10 ਜਥੇਬੰਦੀਆਂ 12 ਲੁਧਿਆਣੇ ਸੀਗੀਆਂ ਸਾਡੀ, ਉਹਨਾਂ ਨਾਲ ਗੱਲ ਹੋਈ, ਸਾਰੇ ਸਹਿਮਤ ਹੋ ਗਏ
ਤੇ ਉੱਥੇ ਸਾਡਾ ਫੈਸਲਾ ਹੋ ਗਿਆ ਇਹ ਵੀ ਜਦੋਂ ਜੇ ਇਕੱਠੇ ਹੋਵਾਂਗੇ ਤੇ ਲੜਾਈ ਜੇ ਲੜਨੀ ਹੈ ਤੇ ਜਦੋਂ ਪੀਕ ਤੇ ਅੰਦੋਲਨ ਹੋਵੇ ਤੇ ਸਰਕਾਰਾਂ ਸੱਦਦੀਆਂ ਨੇ, ਫਿਰ 2-3 ਬੰਦੇ ਭੇਜਦੇ ਆ, ਉਹ 2-3 ਬੰਦੇ ਅੰਦਰ ਪਤਾ ਨਹੀਂ ਕੀ ਕਰਕੇ ਆਉਂਦੇ ਨੇ, ਬਾਹਰ ਆਣ ਕੇ ਕਹਿੰਦੇ ਨੇ ਹੋ ਗਿਆ ਤੇ ਅੰਦੋਲਨ ਖਤਮ ਹੋ ਜਾਂਦਾ ਹੈ। ਉਹਦੇ ਬਾਰੇ ਆਪਾਂ ਉੱਥੇ ਹੀ ਤਕਰੀਬਨ ਸਾਡੀਆਂ ਸਾਰੀ ਗੱਲਾਂ ਹੋਈਆਂ ਸੀ। ਕੁਲਵੰਤ ਸੰਧੂ ਨੇ ਮੁੱਦਾ ਰੱਖਿਆ ਸੀਗਾ ਤੇ ਉਹ ਅੰਦੋਲਨ ਸਾਡਾ ਐਡਾ ਮਜ਼ਬੂਤੀ ਨਾਲ ਚੱਲਿਆ ਵੀ ਛੋਟੀ ਕਮੇਟੀ ਨਹੀਂ ਬਣੂਗੀ, ਹਰ ਇੱਕ ਬੰਦੇ ਜਿੰਨੀਆਂ ਜਥੇਬੰਦੀਆਂ ਨੇ ਇਕੱਠੀਆਂ ਹੋਣਗੀਆਂ ਉਹ ਸਾਰੇ ਦੇ ਸਾਰੇ ਮੈਂਬਰ ਹੀ ਉਹਨਾਂ ਦੇ ਜਾਣਗੇ। ਉਹ ਐਡਾ ਮਜ਼ਬੂਤੀ ਦੇ ਨਾਲ ਸਾਡਾ ਉਹ ਪ੍ਰੋਗਰਾਮ ਲੀਕਿਆ ਜਿਹੜਾ ਸੀ ਉਹ ਚੱਲਿਆ ਤੇ ਕੇਂਦਰ ਸਰਕਾਰ ਨੂੰ ਉਹਦੇ ਅੱਗੇ ਝੁਕਣਾ ਪਿਆ। ਠੀਕ ਹੈ ਜੀ। ਹੁਣ ਵੀ ਮੇਰੀ ਕੋਸ਼ਿਸ਼ ਹੈ, ਮੈਂ ਪਹਿਲਾਂ ਵੀ ਤੁਹਾਨੂੰ ਕੈਮਰਾ ਦੱਸੀ ਹੈ, ਮੇਰੀ ਡੱਲੇਵਾਲ ਜੀ ਨਾਲ ਗੱਲ ਹੋਈ, ਰਾਜੇਵਾਲ ਸਾਹਿਬ ਨਾਲ ਤਾਂ ਹੋਈ ਨਹੀਂ, ਸਾਡੀ ਕਮੇਟੀ ਵੀ ਇੱਕ ਬਣਾਈ ਗਈ ਸੀ 6-7 ਮੈਂਬਰਾਂ ਦੇ ਵਿੱਚ, ਮੈਂ ਵੀ ਉਹਦੇ ਵਿੱਚ ਸ਼ਾਮਲ ਸੀਗਾ। ਉਦੋਂ ਮੈਂ ਕਿਤੇ ਬਾਹਰ ਸੀ। ਕਮੇਟੀ ਕੀ ਕਰਦੀ ਸੀ ਉਹ? ਵੀ ਇਹਨਾਂ ਨੂੰ ਇਕੱਠਿਆਂ ਕਰਨ ਵਾਸਤੇ। ਇਹ ਕਦੋਂ ਦੀ ਗੱਲ ਹੈ? ਇਹ ਇਸ ਗੱਲ ਨੂੰ 4-5 ਮਹੀਨੇ ਹੋ ਗਏ, ਲੁਧਿਆਣੇ ਸਾਡੀ ਮੀਟਿੰਗ ਸੀ, ਉਹਦੇ ਵਿੱਚ ਅਸੀਂ ਇਹ ਗੱਲ ਰੱਖੀ। ਕਮੇਟੀ 'ਚ ਕੌਣ ਕੌਣ ਸੀ? ਉਹਦੇ ਵਿੱਚ ਇੱਕ ਮੈਂ ਸੀਗਾ, ਇੱਕ ਸੰਧੂ ਸੀ ਆਪਣਾ ਫੁਰਮਾਨ, ਓਕੇ, ਬ੍ਰਹਮਕੇ ਵਾਲੀ ਜਿਹੜੀ ਜੀ, ਤੇ ਇੱਕ ਮੇਰੇ ਖਿਆਲ ਸ਼ਾਇਦ ਉਹਦੇ 'ਚ ਬਾਪੂ ਖੁੰਡੇ ਵਾਲਾ ਵੀ ਸੀਗਾ, ਰੁਲਦੂ ਸਿੰਘ ਮਾਨਸਾ, ਤੇ ਇਸ ਤਰ੍ਹਾਂ ਕਰਕੇ 2-3 ਬੰਦੇ ਹੋਰ ਸੀ ਉਹਦੇ ਵਿੱਚ। ਅਸੀਂ 5-6 ਕੁਲਦੀਪ ਬਜੀਦਪੁਰ ਵੀ ਸੀ, ਇੱਕੇ ਮੀਟਿੰਗ ਹੋਈ ਸੀ। ਹਾਂ, ਗੋਲੇਵਾਲ ਵੀ ਸੀਗੇ ਉਹਦੇ 'ਚ, ਬਿੰਦਰ ਗੋਲੇਵਾਲ ਜੀ, ਹੈ ਨਾ। ਇਸ ਤਰ੍ਹਾਂ ਕਰਕੇ 5-6 ਬੰਦਿਆਂ ਦੇ ਤਹਿ ਸੀ। ਜਿੱਦਣ ਉੱਥੇ ਜਾਣਾ ਸੀ ਉਦੋਂ ਮੈਨੂੰ ਕੋਈ ਕੰਮ ਪੈ ਗਿਆ, ਮੈਂ ਬਾਹਰ ਸੀ ਤੇ ਮੇਰੇ ਕੋਲ ਫਰਮਾਨ ਦਾ ਫੋਨ ਆ, ਮੈਂ ਤੁਸੀਂ ਜਾਓ ਤੇ ਗੱਲ ਕਰੋ ਜਾ ਕੇ, ਜਿਹੜੀ ਕੋਈ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਚੱਲਾਂਗੇ। ਉਸ ਤੋਂ ਬਾਅਦ ਮੇਰਾ ਖਿਆਲ ਕੋਈ ਮੀਟਿੰਗ ਹੋ ਹੀ ਨਹੀਂ ਸਕੀ ਕੋਈ ਵੀ। ਤੇ ਡੱਲੇਵਾਲ ਨਾਲ ਮੇਰੀ ਗੱਲ ਹੋਈ ਸੀ, ਉਹ ਵੀ ਕੁਛ ਇਹੋ ਜਿਹੀਆਂ ਕੋਈ ਕੰਡੀਸ਼ਨਾਂ ਲਾਉਂਦੇ ਸੀ। ਮੈਂ ਇਹਨਾਂ ਨੂੰ ਇਹ ਗੱਲ ਕਹੀ, ਮੈਂ ਬੰਦ ਕਰੋ ਯਾਰ ਸਾਰਾ ਕੁਝ, ਠੀਕ ਹੈ ਨਾ। ਜੇ ਲੜਾਈ ਆਪਾਂ ਦੇਸ਼ ਵਾਸਤੇ ਲੜਨੀ ਹੈ, ਆਪਣੇ ਕਿਸਾਨ ਤੇ ਮਜ਼ਦੂਰ ਵਾਸਤੇ ਲੜਨੀ ਹੈ, ਫਿਰ ਯਾਰ ਆਪਣੀਆਂ ਗੱਲਾਂ ਸਾਨੂੰ ਖਤਮ ਕਰਨੀਆਂ ਪੈਣਗੀਆਂ, ਆਪਣੀ ਹਉਮੈ ਛੱਡਣੀ ਪਊਗੀ, ਇਹਨੂੰ ਤਿਆਗਣਾ ਪਊਗਾ, ਤਿਆਗ ਕੇ ਲੜਾਈ ਲੜੀ ਜਾ ਸਕਦੀ। ਜੇ ਆਪਾਂ ਆਪਣਾ ਮਤਲਬ ਹਿੰਡ ਜਿਹੜੀ ਰੱਖਣੀ ਹੈ ਫਿਰ ਨਹੀਂ ਗੱਲ ਬਣਦੀ, ਉਹ ਛੱਡਣੀ ਪਊਗੀ। ਹੁਣ ਹੀ ਮੈਂ ਇਹੀ ਗੱਲ ਕਹਿੰਦਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਇਹ ਗੱਲ ਕਹਿੰਦੇ, ਔਰ ਜਾਵਾਂਗੇ ਵੀ ਸਾਰਿਆਂ ਕੋਲ। ਅਗਰ ਜੇਕਰ ਫਿਰ ਉਹੀ ਸਿਸਟਮ ਬਣ ਗਿਆ ਤਾਂ ਅਸੀਂ ਅਲੱਗ-ਅਲੱਗ ਰਹੇ, ਫਿਰ ਹਾਰਾਂਗੇ, ਫਿਰ ਜਿੱਤੇ ਨਹੀਂ। ਬੀਜੇਪੀ ਸਰਕਾਰ ਇੱਕ ਕਾਨੂੰਨ ਵੀ ਲੈ ਕੇ ਆ ਰਹੀ ਹੈ ਕਿ ਕਿਉਂ ਨਾ ਪਾਰਲੀਮਾਨੀ ਚੋਣ ਦੇ ਨਾਲ ਹੀ ਸਾਰੀਆਂ ਚੋਣਾਂ ਹੋ ਜਾਣ ਦੇਸ਼ ਦੀਆਂ, ਕਾਹਨੂੰ ਖਰਚਾ ਪਾਉਣਾ, ਐਵੇਂ ਖਲਾਰਾ ਕਾਹਨੂੰ ਪਾਉਣਾ। ਉਹ ਸਰਕਾਰ ਖਰਚੇ ਦੀਆਂ ਗੱਲਾਂ ਕਰਦੀ ਹੈ, ਵੇਖੋ ਅਸਲ 'ਚ ਹੋਣਾ ਨਹੀਂ। 65 ਤੱਕ ਕੇ 62 ਤੱਕ ਉਹ ਚੱਲਦਾ ਰਿਹਾ, ਪਹਿਲਾਂ 67 ਤੱਕ ਸ਼ਾਇਦ ਉਹ ਚੱਲਦਾ ਰਿਹਾ ਸਿਸਟਮ ਜਿਹੜਾ, ਤੇ ਇਹ ਸਰਕਾਰਾਂ ਭੰਗ ਕਰ ਦਿੰਦੀਆਂ ਨੇ। ਕਦੀ ਕਿਤੇ ਚੋਣ ਹੋ ਗਈ, ਕਦੀ ਕਿਤੇ ਸਟੇਟ ਦੀ ਕਿਸੇ ਦੀ ਚੋਣ ਹੋ ਗਈ, ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਨੇ। ਇਹ ਕਰ ਨਹੀਂ ਸਕਦੇ, ਮੁਸ਼ਕਲ ਹੈ। ਇਹ ਇੰਨਾ ਕਰ ਸਕਦੇ ਨੇ ਜੇ ਆ ਗਏ ਤੇ ਹੋ ਸਕਦਾ ਬੰਦੀ ਕਰ ਦੇਣ, ਬਿਲਕੁਲ ਉਹ ਤਾਂ ਅਲੱਗ ਗੱਲ ਆ, ਹੈ ਕਿ ਨਹੀਂ। ਲੇਕਿਨ ਇਹਨਾਂ ਨੂੰ ਇਕੱਠੀਆਂ ਕਰਨਾ ਸਾਰਿਆਂ ਨੂੰ ਮੇਰੇ ਖਿਆਲ ਮੁਸ਼ਕਲ। ਇਹਦਾ ਬੜਾ ਵੱਡੇ ਪੱਧਰ ਤੇ ਵਿਰੋਧ ਉੱਠ ਰਿਹਾ ਹੈ। ਇਹ ਵਿਰੋਧ ਹੋਊਗਾ ਮੇਰੇ ਖਿਆਲ, ਇਹ ਤੋਂ ਉਹਨਾਂ ਨੂੰ ਬਚ ਹੀ ਜਾਣਾ ਚਾਹੀਦਾ, ਭਾਜਪਾ ਨੂੰ ਵੀ ਬਚ ਜਾਣਾ ਚਾਹੀਦਾ। ਤੇ ਜਦੋਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਬੀਜੇਪੀ ਦੇ ਨਾਲ, ਉਦੋਂ ਤੁਹਾਡਾ ਬੀਜੇਪੀ ਨੂੰ ਲੈ ਕੇ ਮਨ ਦੇ ਵਿੱਚ ਖਿਆਲ ਕੀ ਸੀ? ਕਿਉਂਕਿ ਸਾਹਮਣੇ ਕਿਸਾਨ ਆਗੂ ਬੈਠਦੇ ਸੀ, ਬੀਜੇਪੀ ਦੇ ਵੱਡੇ ਲੀਡਰ ਬੈਠਦੇ ਸੀ। ਮੇਰੇ ਖਿਆਲ ਤੋਂ ਸ਼ਾਇਦ ਇੱਕ ਮੀਟਿੰਗ ਦੇ ਵਿੱਚ ਤਾਂ ਖੁਦ ਅਮਿਤ ਸ਼ਾਹ ਆਏ ਸੀ, ਇੱਕ ਮੀਟਿੰਗ 'ਚ ਨਾ? ਨਹੀਂ, ਕਿਸੇ 'ਚ ਨਹੀਂ ਆਏ। ਅਮਿਤ ਸ਼ਾਹ ਨਹੀਂ ਆਏ। ਅਮਿਤ ਸ਼ਾਹ ਤੇ ਮੀਟਿੰਗ ਸਾਡੇ ਕੁਝ 10-12 ਆਗੂਆਂ ਨੇ, ਉਹਨਾਂ ਨਾਲ ਕਿਸੇ ਉਹ ਤਾਂ ਪਰਸਨਲ ਮੀਟਿੰਗ ਹੋਈ, ਪਰਸਨਲ ਮੀਟਿੰਗ ਹੋਈ ਸੀ, ਗੱਲ ਕਹਿੰਦੇ ਪਰਸਨਲ ਹੋਈ ਮੀਟਿੰਗ ਉਹਨਾਂ ਦੀ ਇਹਦੇ ਨਾਲ, ਅਮਿਤ ਸ਼ਾਹ ਦੇ ਨਾਲ। ਬਾਕੀ ਤਾਂ ਸਾਡੀਆਂ ਮੀਟਿੰਗਾਂ ਦੇ ਵਿੱਚ ਜ਼ਿਆਦਾਤਰ ਪਿਊਸ਼ ਗੋਇਲ ਜੀ ਤੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ, ਤੋਮਰ ਜੀ, ਉਹ ਹੀ ਕਰਦੇ ਰਹੇ ਆ, ਹੋਰ ਨੇ। ਜਾਂ ਨਾਲ ਆਪਣੇ ਪੰਜਾਬ ਵਾਲੇ ਜਿਹੜੇ ਫਗਵਾੜੇ ਤੋਂ ਆਪਣਾ ਇਹਨਾਂ ਦੇ ਭਾਜਪਾ ਦੇ ਆਗੂ, ਮੈਂ ਨਾਮ ਮੇਰੇ ਧਿਆਨ 'ਚੋਂ ਵਿਸਰ ਗਿਆ, ਜਾਂ ਉਹ ਹੁੰਦੇ ਸੀ ਵਿੱਚ ਪੰਜਾਬ ਤੋਂ, ਉਹ ਇਹਨਾਂ ਦੇ ਮੇਰੇ ਖਿਆਲ ਸ਼ਾਇਦ ਰਾਜ ਮੰਤਰੀ ਨੇ, ਉਹ ਹੁੰਦੇ। ਅੱਛਾ, ਜਦੋਂ ਬੀਜੇਪੀ ਦੇ ਨਾਲ ਮੀਟਿੰਗਾਂ ਹੁੰਦੀਆਂ ਸੀ ਉਦੋਂ ਕਿਸ ਤਰੀਕੇ ਦਾ ਤੁਹਾਨੂੰ ਬੀਜੇਪੀ ਦਾ ਕੁਝ ਸਮਝ ਆਉਂਦਾ ਸੀ ਖੇਤੀ ਨੂੰ ਲੈ ਕੇ ਵਿਜ਼ਨ? ਇਹ ਗੱਲ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਹੁਣ ਇੱਕ ਵਾਰ ਫਿਰ ਗੱਲ ਚੱਲ ਰਹੀ ਹੈ ਕਿ MSP ਜਿਹੜੀ ਹੈਗੀ ਹੈ, MSP ਦੀ ਖਰੀਦ ਬੰਦ ਹੋ ਜੂਗੀ, ਕੁੱਲ ਮਿਲਾ ਕੇ ਲਓ ਕਿ MSP ਸਰਕਾਰ ਤੋੜ ਦੂਗੀ। ਉਦੋਂ ਤੁਸੀਂ ਕੁਛ ਬੀਜੇਪੀ ਨੂੰ ਪੜ੍ਹਨ ਦਾ ਯਤਨ ਕੀਤਾ ਕਿ ਹੁਣ ਤਾਂ ਯਾਰ ਕਾਨੂੰਨ ਵਾਪਸ ਲੈ ਲੂਗੀ, ਪਰ ਇਹਨਾਂ ਦੀ ਗੱਲਾਂ ਤੋਂ ਲੱਗਦਾ ਕਿ ਪਿੱਛੇ ਨਹੀਂ ਹਟਣਗੇ, ਫਿਰ ਲੈ ਕੇ ਆਉਣਗੇ। ਨਹੀਂ, ਵੈਸੇ ਉਦੋਂ ਵਤੀਰਾ ਜਿਹੜਾ ਉਹਨਾਂ ਦਾ ਸ਼ੁਰੂ ਦੇ ਵਿੱਚ ਤਾਂ ਅੜੀ ਵਾਲੀ ਲੱਗਦਾ ਸੀ ਬਿਲਕੁਲ ਵੀ, ਇਹ ਪਿੱਛੇ ਨਹੀਂ ਹਟਦੇ ਵੀ। ਮੀਟਿੰਗਾਂ ਡੇਲੀ ਮੀਟਿੰਗਾਂ ਹੁੰਦੀਆਂ, ਇੱਕ ਦਿਨ ਛੱਡ ਕੇ 2 ਦਿਨ ਛੱਡ ਕੇ ਮੀਟਿੰਗਾਂ, 2 ਦਿਨ ਛੱਡ ਕੇ ਮੀਟਿੰਗਾਂ। ਉਹਨਾਂ ਦਾ ਕੋਸ਼ਿਸ਼ ਇਹ ਸੀ, ਉਹਨਾਂ ਦਾ ਯਤਨ ਸੀਗਾ ਕਿ ਇਹਨਾਂ ਨੂੰ ਸੁਪਰੀਮ ਕੋਰਟ ਵੱਲ ਨੂੰ ਤੋਰਿਆ ਜਾਵੇ, ਔਰ ਤੋਰਨ ਦਾ ਉਹਨਾਂ ਨੇ ਬਹੁਤ ਵੱਡਾ ਯਤਨ ਵੀ ਕੀਤਾ, ਹੈ ਨਾ। ਕਮੇਟੀ ਵੀ ਬਣਾਤੀ, ਇੱਕ ਨਾਲ ਹੋਰ ਮੂਵਮੈਂਟ ਖੜੀ ਕਰਕੇ ਉਹਨਾਂ ਦੀ, ਕਿਸਾਨ ਇੱਕ ਜਾਲੀ ਜਿਹਾ ਕਿਸਾਨ ਤਿਆਰ ਕਰਕੇ ਉਹਨਾਂ ਵੱਲੋਂ ਅੰਦੋਲਨ ਚਲਵਾਤਾ ਵੀ ਉਹ ਸਹਿਮਤ ਨੇ ਜੀ, ਉਹ ਐ ਨੇ, ਉਹ ਬਹੁਤ ਕੁਛ ਕਰਦੇ ਰਹੇ। ਸਰਕਾਰਾਂ ਦੇ ਆਪੋ ਆਪਣੀਆਂ ਪਾਲਿਸੀਆਂ ਹੁੰਦੀਆਂ ਨੇ, ਪਰ ਉਹਦੇ ਵਿੱਚ ਸਾਡੇ ਆਗੂਆਂ ਦੀ ਇੱਕੋ ਹੀ ਗੱਲ ਰਹੀ ਹੈ, ਜਿੰਨੇ ਵੀ ਸਾਡੇ ਦੇਸ਼ ਦੇ ਸੀਗੇ ਇਕੱਠੇ ਹੋਏ, ਵੀ ਅਸੀਂ ਨਾ ਤਾਂ ਪਰਲੇ ਉਹਦੇ 'ਚ ਜਾਣਾ ਸੁਪਰੀਮ ਕੋਰਟ ਦੇ ਵਿੱਚ, ਅਸੀਂ ਕਾਨੂੰਨ ਵਾਪਸ ਕਰਾਉਣੇ ਨੇ, ਤੁਹਾਡੇ ਤੋਂ ਹੀ ਕਰਾਉਣੇ ਨੇ, ਸਿੱਧੇ ਕਰਾਉਣੇ ਆ ਤੁਹਾਡੇ ਤੋਂ ਕਾਨੂੰਨ ਵਾਪਸ, ਜਿਵੇਂ ਬਣੇ ਨੇ ਜਿਹੜੇ ਰਹੇ ਉਸੇ ਰਹੇ ਤੁਸੀਂ ਇਹਨਾਂ ਨੂੰ ਖਤਮ ਕਰੋ। ਔਰ ਉਹਦੇ ਵਿੱਚ ਪ੍ਰਮਾਤਮਾ ਨੇ ਕਿਰਪਾ ਕੀਤੀ, ਜਿੱਤ ਹੋਈ ਵੈਸੇ, ਔਰ ਆਪਣਾ ਸਿਸਟਮ ਜਿਹੜਾ ਸੀ ਉਹ ਵਧੀਆ ਤਰੀਕੇ ਨਾਲ ਚਲਾਇਆ ਸਾਰਿਆਂ ਨੇ।
ਤੇ ਮੈਂ ਤਾਂ ਹਰ ਇੱਕ ਜਗ੍ਹਾ ਇੱਕੋ ਗੱਲ ਹੀ ਕਰ ਦੇਣਾ ਕਿ ਅੰਦੋਲਨ ਸਾਡੇ ਵੱਸ ਦੀ ਗੱਲ ਨਹੀਂ ਸੀ। ਇਹ ਅੰਦੋਲਨ ਕੁਦਰਤ ਨੇ ਆਪਣੇ ਹੱਥ 'ਚ ਲੈ ਲਿਆ, ਜਦੋਂ ਮਤਲਬ ਬਹੁਤ ਵੱਡੇ ਪੱਧਰ ਤੇ ਹਰ ਇੱਕ ਵਰਗ ਜੁੜ ਗਿਆ ਇਹਦੇ ਨਾਲ, ਤੇ ਉਹ ਅੰਦੋਲਨ ਜਿਹੜਾ ਕੁਦਰਤ ਨੇ ਆਪਣੇ ਹੱਥ 'ਚ ਲੈ ਕੇ ਫਿਰ ਉਹ ਅੰਦੋਲਨ ਚਲਾਇਆ, ਤਾਂ ਹੀ ਸਰਕਾਰ ਦੀ ਭਾਗੜ ਸਰਕਾਰ ਦੀ ਹਾਰ ਹੋਈ ਹੈ। ਜਿਹੜੀ ਐਮਐਸਪੀ ਦੇ ਹੁਣ ਫਿਰ ਸ਼ਾਦੀਪੁਰ ਸਾਹਿਬ ਗੱਲ ਚੱਲਦੀ ਹੈ, ਇਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਹੁਣ ਕੋਈ ਪ੍ਰੋਗਰਾਮ, ਕੋਈ ਆਪਸੀ ਕੋਈ ਮੀਟਿੰਗ, ਤਾਲਮੇਲ ਜਥੇਬੰਦੀਆਂ ਦੇ ਵਿੱਚ ਗੱਲ ਚੱਲੀ ਕਿ ਯਾਰ ਇੱਕ ਵਾਰ ਐਮਐਸਪੀ ਗੱਲ ਖਤਮ ਕਰਨ ਦੀ ਗੱਲ ਫਿਰ ਆ ਰਹੀ ਆ ਵੀ ਆਪਾਂ ਕੁਝ ਉਲੀਕੀਏ ਪ੍ਰੋਗਰਾਮ? ਨਹੀਂ, ਅਜੇ ਸਾਡੇ ਕੋਲ ਕੋਈ ਗੱਲ ਇਹੋ ਜਿਹੀ ਭੰਗੂ ਸਾਹਿਬ ਆਈ ਨਹੀਂ ਹੈ। ਤੁਹਾਡੇ ਕੋਲ ਹੁਣ ਤੁਹਾਨੂੰ ਕਿਤੋਂ ਪਤਾ ਲੱਗਿਆ, ਤੁਹਾਡੇ ਕੋਲ ਕੋਈ ਰਿਪੋਰਟ ਆਈ ਹੈ ਤੇ ਉਹਦੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ। ਸਾਡੀ ਪਰਸੋਂ ਨੈਸ਼ਨਲ ਬਾਡੀ ਦੀ ਮੀਟਿੰਗ ਸੀ ਜਿਹੜੀ, ਤੇ ਉਹਦੇ ਵਿੱਚ ਜੇ ਕੋਈ ਚਰਚਾ ਹੁੰਦੀ, ਜੇ ਕੋਈ ਇਹੋ ਜਿਹੀ ਗੱਲ ਹੁੰਦੀ ਫਿਰ ਉੱਤੇ ਚਰਚਾ ਹੁੰਦੀ। ਅਜੇ ਹਾਲ ਦੀ ਘੜੀ ਹੈ ਨਹੀਂ, ਹੁਣ ਗੱਲ ਨਿਕਲੂਗੀ ਬਾਹਰ, ਜਿਵੇਂ ਜਿਵੇਂ ਬਾਹਰ ਗੱਲ ਨਿਕਲੇਗੀ ਉਵੇਂ ਉਵੇਂ ਜਥੇਬੰਦੀਆਂ ਇਹਦੇ ਉੱਤੇ ਚਰਚਾ ਕਰਨਗੀਆਂ, ਫਿਰ ਪਤਾ ਲੱਗ ਜਾਊਗਾ। ਪਰ ਅਸੀਂ ਕੋਈ ਯਤਨ ਕਰਾਂਗੇ ਸਾਰਿਆਂ ਨੂੰ ਇਕੱਠਿਆਂ ਕਰਨ ਦਾ ਵੀ ਜੇ ਲੜਾਈ ਲੜਨੀ ਤਾਂ ਸਾਰੇ ਆਪਣੇ ਜਿਹੜੇ ਇੱਕ ਦੂਜੇ ਪ੍ਰਤੀ ਭਰਮ ਭੁਲੇਖੇ ਨੇ ਉਹਨਾਂ ਨੂੰ ਖਤਮ ਕਰ ਦਿਓ। ਖਤਮ ਕਰਕੇ ਤੇ ਫਿਰ ਲੜਾਈ ਜਿਹੜੀ ਉਹ ਲੜੀ ਜਾ ਸਕਦੀ ਹੈ, ਚਾਹੇ ਕੋਈ ਸਟੇਟ ਸਰਕਾਰ ਹੋਵੇ ਤੇ ਚਾਹੇ ਕੇਂਦਰ ਸਰਕਾਰ ਹੋਵੇ। ਇਕੱਲਿਆਂ ਦੀ ਲੜਾਈ ਨਹੀਂ ਲੜੀ ਜਾ ਸਕਦੀ। ਇਕੱਲਿਆਂ ਪ੍ਰੋਗਰਾਮ ਤਾਂ ਸਾਰੇ ਜਥੇਬੰਦੀਆਂ ਨੇ ਦਿੱਤੇ, ਜਿਵੇਂ ਉਗਰਾਹਾਂ ਜਥੇਬੰਦੀ ਦਾ 6 ਤਰੀਕ ਦਾ ਇੱਕ ਨਸ਼ੇ ਨੂੰ ਲੈ ਕੇ ਵੱਡਾ ਰੋਸ ਪ੍ਰਦਰਸ਼ਨ ਹੋਊਗਾ। ਬਲਵੀਰ ਸਿੰਘ ਰਾਜੇਵਾਲ ਨੇ ਇੱਕ ਦਿਨ ਦਾ ਇੱਕ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਮੋਹਾਲੀ, ਜਿਹੜਾ ਪਾਣੀ ਨੂੰ ਲੈ ਕੇ। ਡੱਲੇਵਾਲ ਸਾਹਿਬ ਦਾ ਇੱਥੋਂ ਪਟਿਆਲੇ ਧਰਨਾ ਚੁਕਾਤਾ ਗਿਆ ਸੀ, ਹਾਲਾਂਕਿ ਇੱਕ ਜ਼ਮੀਨ ਦੇ ਪਰਸਨਲੀ ਕੇਸ ਦੇ ਵਿੱਚ ਕਿਸੇ ਪਰਿਵਾਰਾਂ ਦੇ ਆਪਸੀ ਦੱਸਿਆ ਜਾਂਦਾ ਕਿ ਮਾਫੀਆ ਨੇ ਕੋਈ ਡਿਸਪਿਊਟ ਹੈਗਾ ਕਿ ਮਾਫੀਆ ਨੇ ਕਬਜ਼ਾ ਕਰ ਲਿਆ। ਜਥੇਬੰਦੀ ਦਾ ਇਹ ਕਹਿਣਾ ਕਿ ਉੱਥੇ ਲੁਧਿਆਣਾ ਬੈਠੇ ਨੇ ਉਹ। ਇਸ ਤਰੀਕੇ ਦੇ ਨਾਲ ਤਮਾਮ ਹੋਰ ਜਥੇਬੰਦੀਆਂ ਨੇ, ਲੈਫਟ ਵਿੰਗ ਦੀਆਂ ਹੈਗੀਆਂ, ਉਹ ਵੀ ਆਪਣੇ ਪ੍ਰੋਗਰਾਮ ਕਰ ਰਹੀਆਂ ਨੇ। ਸਰਵਣ ਸਿੰਘ ਪੰਧੇਰ ਹੋਰਾਂ ਨੇ ਇੱਕ ਪ੍ਰੋਗਰਾਮ ਦਿੱਤਾ ਸੀ ਜਿਹਦੇ 'ਚ ਮੰਡੇਰ ਕਲਾਂ ਲੰਗੋਵਾਲ ਦੇ ਇੱਕ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ ਸੀ, ਆਜ਼ਾਦ ਜਥੇਬੰਦੀ ਦੇ। ਉਹ ਸਾਰੀਆਂ ਜਥੇਬੰਦੀਆਂ ਪ੍ਰੋਟੈਸਟ ਆਪਣੇ ਆਪਣੇ ਪੱਧਰ 'ਤੇ ਕਰ ਰਹੀਆਂ ਨੇ। ਕੀ ਲੱਗਦਾ ਜਿਹੜੇ ਆਪਣੇ ਆਪਣੇ ਪੱਧਰ ਦੇ ਉੱਪਰ ਪ੍ਰੋਟੈਸਟ ਹੋ ਰਹੇ ਨੇ, ਆਹ ਸਾਰੇ ਕਿਸੇ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਣਗੇ ਅੱਗੇ ਜਾ ਕੇ? ਡੱਲੇਵਾਲ ਸਾਹਿਬ ਨੇ ਇੱਥੇ ਸੰਘਰਸ਼ ਸ਼ੁਰੂ ਕੀਤਾ ਬਿਜਲੀ ਬੋਰਡ ਅੱਗੇ, ਹਾਂ ਜੀ, ਉਦੋਂ ਉਹਨੂੰ ਚੱਕਿਆ ਗਿਆ ਜ਼ਬਰਦਸਤੀ। ਉਹਦੇ ਉੱਤੇ ਵੀ ਐਸਕੇਐਮ ਨੇ ਨਾਲ ਦੀ ਨਾਲ ਹੀ ਮੀਟਿੰਗ ਬੁਲਾਈ, ਉਹਦੇ ਉੱਤੇ ਵੀ ਐਸਕੇਐਮ ਨੇ ਮੀਟਿੰਗ ਬੁਲਾ ਲਈ ਸੀ। ਉੱਦਣ ਹੀ ਮੀਟਿੰਗ ਲੁਧਿਆਣੇ ਸੀ ਕੀਤੀ। ਹੁਣ ਲਾਠੀਚਾਰਜ ਉੱਥੇ ਹੋਇਆ ਲੌਂਗੋਵਾਲ ਦੇ ਵਿੱਚ, ਉੱਥੇ ਕਿਸਾਨ ਸ਼ਹੀਦ ਹੋ ਗਿਆ, ਉਹਦੇ ਉੱਤੇ ਵੀ ਐਸਕੇਐਮ ਪੰਜਾਬ ਨੇ ਨਾਲ ਦੀ ਨਾਲ ਮੀਟਿੰਗ ਬੁਲਾਈ। ਅਸੀਂ ਜਦੋਂ ਸਾਡੇ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਧੱਕਾ ਹੁੰਦਾ ਅਸੀਂ ਇਕੱਠੇ ਹੁੰਦੇ ਹਾਂ, ਹੈ ਨਾ। ਪਰ ਜੇ ਅਸੀਂ ਇਕੱਠੇ ਹੋ ਕੇ ਲੜੀਏ ਤੇ ਸਾਡੇ ਨਾਲ ਧੱਕਾ ਕੋਈ ਸਰਕਾਰ ਕਰਦੀ ਹੋਈ ਨਹੀਂ। ਇਕੱਠੇ ਵੀ ਜਦੋਂ ਕਿਸੇ ਜਥੇਬੰਦੀ ਨਾਲ ਧੱਕਾ ਹੁੰਦਾ ਸਿਰਫ ਕਿਸਾਨ ਕੋਈ ਬਿਆਨ ਦਿੰਦੇ ਨੇ, ਮਾਸ ਲੈਵਲ ਦੇ ਉੱਪਰ ਕਿਉਂ ਨਹੀਂ ਆਉਂਦੇ? ਨਹੀਂ, ਅਸੀਂ ਵੇਖੋ, ਅਸੀਂ ਉਦੋਂ ਵੀ ਉੱਥੇ ਗਏ ਹਾਂ, ਅਸੀਂ ਮੀਟਿੰਗ ਕੀਤੀ ਹੈ। ਮੀਟਿੰਗ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਵੀ ਇਹ ਜਿਹੜੇ ਸਾਡੇ ਬੰਦੇ ਨੇ ਉਹ ਰਿਹਾਅ ਕੀਤੇ ਜਾਣ, ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਜਾਇਜ਼ ਮੰਗਾਂ ਉਹਨਾਂ ਦੀਆਂ ਮੰਨੀਆਂ ਜਾਣ। ਔਰ ਸਰਕਾਰ ਨੇ ਤੁਰੰਤ ਹੀ ਉਹ ਅਗਲੇ ਦਿਨ ਇਹਨਾਂ ਦੇ ਅਫਸਰ ਗਏ, ਉਹਨਾਂ ਨੂੰ ਜੂਸ ਵਗੈਰਾ ਪਿਆ ਕੇ ਉਹਨਾਂ ਦਾ ਮਰਨ ਵਰਤ ਖਿਲਾ ਕੇ ਤੇ ਜੋ ਮੰਗਾਂ ਮੰਨੀਆਂ ਜਾ ਸਕਦੀਆਂ। ਸਰਕਾਰਾਂ ਹਮੇਸ਼ਾ ਇੱਦਾਂ ਕਰਦੀਆਂ ਨੇ। ਅਸੀਂ ਇਹ ਗੱਲ ਕਹਿੰਦੇ ਕੋਈ ਵੀ ਅੰਦੋਲਨ ਕਰਦਾ ਹੈ, ਜਿਵੇਂ ਹੁਣ ਪਟਵਾਰੀ ਉਹ ਕਰ ਰਹੇ ਨੇ, ਸਰਕਾਰਾਂ ਬੁਲਾਉਂਦੀਆਂ ਨੇ, ਜਿਹੜੀਆਂ ਮੌਕੇ 'ਤੇ ਮੰਗਣ ਵਾਲੀਆਂ ਮੌਕੇ 'ਤੇ ਮੰਨ ਲਓ, ਜਿਹੜੀ ਅੱਗਾ ਪਿੱਛਾ ਕਰਨ ਵਾਲੀਆਂ ਨੂੰ ਅੱਗੇ ਪਿੱਛੇ ਕਰ ਲਓ। ਸਰਕਾਰਾਂ ਅੰਦੋਲਨ ਨੂੰ ਖਤਮ ਕਰਦੀਆਂ ਹੁੰਦੀਆਂ ਨੇ, ਧੱਕਾ ਨਹੀਂ ਕਰਦੀਆਂ। ਜੇਕਰ ਸਰਕਾਰਾਂ ਧੱਕਾ ਕਰਨ 'ਤੇ ਲੋਕਾਂ ਦੇ ਵਿੱਚ ਰੋਹ ਪੈਦਾ ਹੁੰਦਾ ਹੈ, ਫਿਰ ਵੱਡੇ ਪੱਧਰ 'ਤੇ ਲੋਕ ਉਹਨੂੰ ਲੜਦੇ ਨੇ, ਫਿਰ ਸਰਕਾਰਾਂ ਹਾਰਦੀਆਂ ਨੇ। ਇਸ ਕਰਕੇ ਹਰ ਸਰਕਾਰ ਨੂੰ, ਪਿਛਲੀਆਂ ਸਰਕਾਰਾਂ ਐਂ ਕਰਦੀਆਂ, ਲਾਠੀਚਾਰਜ ਇੰਨਾ ਨਹੀਂ ਸੀ ਲੋਕ ਕਰਦੇ ਹੁੰਦੇ ਸਰਕਾਰਾਂ। ਹੁਣ ਆਪਣੀ ਗੱਲ ਤਾਂ ਸਿਰਫ ਇਹ ਆ ਵੀ ਜੇ ਉੱਥੇ ਲਾਠੀਚਾਰਜ ਹੋਇਆ ਉੱਥੇ ਵੀ ਐਸਕੇਐਮ ਗਿਆ, ਅਸੀਂ ਇਕੱਠੇ ਆਣਾ। ਇੱਥੇ ਲਾਠੀਚਾਰਜ ਹੋਇਆ ਇੱਥੇ ਵੀ ਐਸਕੇਐਮ ਨੇ ਇਕੱਠਿਆਂ ਹੋ ਕੇ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਨਾਲ ਖੜੇ ਇਹਨਾਂ ਦੇ। ਜੇ ਸਾਨੂੰ ਇੱਥੇ ਲੋਕ ਇਕੱਠੇ ਕਰਨੇ ਪਏ ਜਾਂ ਕੋਈ ਹੋਰ ਸੰਘਰਸ਼ ਕਰਨਾ ਪਿਆ, ਜਿਵੇਂ ਕਹਿਣਗੇ ਇਹਨਾਂ ਦੇ ਨਾਲ ਖੜੇ, ਡਟ ਕੇ ਲੜਾਂਗੇ। ਪਰ ਮੈਂ ਕਹਿੰਦਾ ਵੀ ਇਹ ਨੌਬਤ ਆਵੇ ਕਿਉਂ? ਇਹ ਨੌਬਤ ਆਉਣ ਨਾ ਦੇਈਏ। ਜੇਕਰ ਇੱਥੇ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ, ਜਿੰਨੀਆਂ ਜਥੇਬੰਦੀਆਂ ਨੇ, ਪਹਿਲਾਂ ਤਾਂ 32 ਸਨ ਜਦੋਂ ਪੰਜਾਬ 'ਚੋਂ ਅਸੀਂ ਗਏ ਹਾਂ, ਹੁਣ ਤਾਂ ਬਹੁਤ ਵੱਡੇ ਪੱਧਰ 'ਤੇ ਜਥੇਬੰਦੀਆਂ ਹੋਰ ਬਣ ਗਈਆਂ। ਸਾਰੀਆਂ ਨੇ ਸਾਰੀਆਂ ਜਥੇਬੰਦੀਆਂ ਇੱਥੇ ਬੈਠੀਆਂ ਹੁੰਦੀਆਂ, ਸਰਕਾਰ ਬੁਲਾ ਕੇ ਮਸਲੇ ਹੱਲ ਕਰਦੀ, ਨਾ ਕਿ ਡਾਂਗ ਫੇਰਦੀ। ਉੱਥੇ ਵੀ ਇਹੋ ਕੰਮ ਹੁੰਦਾ। ਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਉੱਥੇ ਬਈ ਧੱਕਾ ਕਰਦੇ, ਡਾਂਗ ਚਲਾਉਂਦੇ, ਰੋਕਦੇ ਨਹੀਂ। ਫਿਰ ਐਂ ਹੁੰਦਾ ਫਿਰ ਸਰਕਾਰਾਂ ਕਹਿੰਦੀਆਂ ਨੇ ਆਓ ਜੀ ਸਾਡੇ ਨਾਲ ਗੱਲ ਕਰ ਲਓ ਬੈਠ ਕੇ। ਹੁਣ ਸਰਕਾਰਾਂ ਤਾਂ ਹੀ ਨਹੀਂ ਕਰਦੀਆਂ ਵੀ ਇਹ ਸ਼ਕਤੀ ਖਿਲਰੀ ਖੜੀ ਹੈ, ਉਹ ਸ਼ਕਤੀ ਨੂੰ ਇਕੱਠਿਆਂ ਕਰਨ ਦਾ ਪੂਰਾ ਯਤਨ ਲਾਵਾਂਗੇ ਜਿੰਨਾ ਵੀ ਲੱਗਿਆ, ਔਰ ਕੋਸ਼ਿਸ਼ ਇਹ ਹੋਊਗੀ ਕਿ ਇਕੱਠੇ ਕਰਕੇ ਛੱਡੀਏ। ਪੰਜਾਬ ਦੇ ਮੁੱਖ ਮੰਤਰੀ ਬਾਰੇ ਕੀ ਸੋਚਦੇ ਹੋ? ਪੰਜਾਬ ਦੇ ਮੁੱਖ ਮੰਤਰੀ ਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਦੇ ਫੈਸਲੇ ਜਿੰਨੇ ਨੇ, ਹੁਣ ਵਿਰੋਧੀ ਤਾਂ ਉਹ ਲੱਗ ਪਏ ਕਹਿਣ ਵੀ ਯੂ ਟਰਨ ਸਰਕਾਰ ਕਹਿ ਦਿਓ ਜੀ, ਯੂ ਟਰਨ ਸਰਕਾਰ ਕਹਿ ਦਿਓ, ਹੈ ਨਾ। ਯੂ ਟਰਨ ਮਾਰ ਜਾਂਦੇ ਨੇ ਤੇ ਇਹਨਾਂ ਨੂੰ ਬਚਣਾ ਚਾਹੀਦਾ, ਯੂ ਟਰਨ ਤੋਂ ਬਚਣਾ ਚਾਹੀਦਾ। ਫੈਸਲਾ ਹੀ ਸੋਚ ਸਮਝ ਕੇ ਕਰਨਾ ਚਾਹੀਦਾ। ਔਰ ਮੁੱਖ ਮੰਤਰੀ ਦੇ ਮੂੰਹ 'ਚੋਂ ਨਿਕਲੀ ਹਰ ਇੱਕ ਗੱਲ ਤੋਲਵੀਂ ਹੋਣੀ ਚਾਹੀਦੀ ਹੈ। ਉਹਨਾਂ ਨੇ ਕਹਿਤਾ ਬੱਕਰੀਆਂ ਦਾ, ਮੁਰਗੀਆਂ ਦਾ, ਖੰਭਾਂ ਦਾ, ਦੂਜਿਆਂ ਦਾ, ਤੀਜਾਂ ਦਾ ਦਿਆਂਗੇ। ਯਾਰ ਕੋਈ ਮੁੱਖ ਮੰਤਰੀ ਦੀਆਂ ਗੱਲਾਂ ਥੋੜ੍ਹੀਆਂ ਨੇ। ਅਸੀਂ ਕਹਿੰਦੇ ਬੰਦੇ ਮਰ ਗਏ ਉਹਨਾਂ ਦਾ ਦੇ ਦਿਓ,
ਜੀਰੀ ਮਰ ਗਈ ਉਹਨਾਂ ਦਾ ਦੇ ਦਿਓ, ਗੰਨਾ ਮਰ ਗਿਆ ਉਹਦਾ ਦੇ ਦਿਓ, ਮੂੰਗੀ ਮਿਰਚਾਂ ਜੋ ਵੀ ਮਰਿਆ ਉਹਨਾਂ ਦਾ ਦਿਓ ਫਸਲ। ਜਿਹੜਾ ਮੁਰਗੀਆਂ ਦਾ, ਬੱਕਰੀਆਂ ਦਾ, ਇਹ ਮੁੱਖ ਮੰਤਰੀ ਦੀ ਜ਼ਬਾਨ 'ਚੋਂ ਗੱਲ ਨਹੀਂ ਨਿਕਲ ਜਾਂਦੀ, ਨਿਕਲਣੀ ਚਾਹੀਦੀ ਹੈ, ਸੋਭਾ ਨਹੀਂ ਦਿੰਦੀ ਉਹਨਾਂ ਨੂੰ। ਉਹ ਤੋਲਵੀਂ ਗੱਲ ਹੋਣੀ ਚਾਹੀਦੀ ਹੈ, ਤਾਂ ਟਨਾ ਟਨ ਹੋਣੀ ਚਾਹੀਦੀ ਉਹ ਗੱਲ। ਤੁਹਾਨੂੰ ਲੱਗਦਾ ਕਿ ਜ਼ਿਆਦਾ ਬੋਲਦੇ ਮੁੱਖ ਮੰਤਰੀ ਸਾਹਿਬ? ਹਾਂਜੀ, ਜ਼ਿਆਦਾ ਗੱਲ ਕਰਦੇ ਨੇ ਮੁੱਖ ਮੰਤਰੀ ਨਹੀਂ ਸਾਹਿਬ? ਮਤਲਬ ਉਹ ਗੱਲਾਂ ਨਹੀਂ ਨਾ ਯਾਰ, ਮੁੱਖ ਮੰਤਰੀ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇਹ ਗੱਲ ਅੱਜ ਤੱਕ ਕਦੀ ਸੁਣੀ ਯਾਰ? ਖਰਾਬਾ ਤਾਂ ਪਹਿਲਾਂ ਵੀ ਬੜਾ ਹੁੰਦਾ ਰਿਹਾ ਵੀ ਅਸੀਂ ਬੱਕਰੀ ਦਾ ਵੀ ਦਿਆਂਗੇ, ਮੁਰਗੀ ਦਾ ਵੀ ਦਿਆਂਗੇ, ਦੂਜੇ ਦਾ ਵੀ ਦਿਆਂਗੇ, ਤੇ ਜਦ ਦਈਏ ਕੱਖ ਵੀ ਨਾ। ਹੁਣ 6800 ਰੁਪਈਆ ਦੇ ਰਹੇ ਨੇ, 15000 ਇਹਨਾਂ ਨੇ ਮੂੰਹੋਂ ਕਿਹਾ ਹੋਇਆ, 20000 ਇਹਨਾਂ ਨੇ ਕਿਹਾ ਸੀ ਵੀ ਕੇਜਰੀਵਾਲ ਦੀ ਸਰਕਾਰ ਦਿੰਦੀ ਹੈ ਦਿੱਲੀ, ਉੱਦਾਂ ਹੀ ਪਾ ਦਿਆ ਕਰਾਂਗੇ, ਬਿਨਾਂ ਗਰਦੌਰੀ ਤੋਂ ਪਾ ਦਿਆ ਕਰਾਂਗੇ। ਕਿੱਧਰ ਗਈਆਂ ਨੇ ਉਹ ਗੱਲਾਂ? ਮੈਂ ਤਾਂ ਕਹਿੰਦਾ ਗੱਲ ਉਹੀ ਕਰੋ ਜਿਹੜੀ ਕਰਨੀ ਹੈ, ਦੂਜੀ ਦਾ ਕੋਈ ਫਾਇਦਾ ਨਹੀਂ। ਨਾ ਖੁਸ਼ ਨੇ ਕਿਸਾਨ ਖਰਾਬੇ ਤੋਂ? ਬਿਲਕੁਲ ਨਾ ਖੁਸ਼ ਨੇ, ਟੋਟਲ। ਤੁਸੀਂ ਖਰਾਬਾ ਵੰਡਿਆ ਜਾਣਦੇ ਹੋ, ਕਰਾ ਵੇਖ ਲਓ ਤੋਂ ਬਾਅਦ ਹਾਲਾਤ ਕਿੱਦਾਂ ਦੇ ਪੈਦਾ ਹੁੰਦੇ ਆ। ਪਰ ਸਰਕਾਰ ਤਾਂ ਕਹਿੰਦੀ ਕਿ ਸਾਡੇ ਕੋਲ ਤਾਂ ਇਕੱਲਿਆਂ ਕੋਲੇ ਇੰਨੇ ਪੈਸੇ ਨੇ, ਕੇਂਦਰ ਤੋਂ ਲੈਣ ਦੀ ਲੋੜ ਹੀ ਨਹੀਂ ਹੈ ਕੋਈ ਸਾਨੂੰ। ਨਹੀਂ, ਉਦੋਂ ਇਹਨਾਂ ਦਾ ਬਿਆਨ ਸੀਗਾ ਵੀ ਅਸੀਂ ਕੇਂਦਰ ਤੋਂ ਤਾਂ ਮੰਗਦੇ ਨਹੀਂ, ਇਹਨਾਂ ਨੂੰ ਵਰਤ ਨਹੀਂ, ਪੈਸਾ ਤਾਂ ਕਹਿੰਦੇ ਵਾਧੂ ਪਿਆ ਉੱਥੇ ਖਜ਼ਾਨੇ ਦੇ ਵਿੱਚ, ਇੰਨਾ ਪੈਸਾ ਪਿਆ ਕਿ ਜਿੰਨਾ ਮਰਜ਼ੀ ਵੰਡ ਦਈਏ ਜੀ, ਵੰਡ ਦਿਓ ਕੱਢ ਕੇ ਬਾਹਰ ਜਿੰਨਾ ਪਿਆ। ਜੋ ਉਹਨਾਂ ਨੂੰ ਨਹੀਂ ਵਰਤਣਾ ਆਉਂਦਾ ਵਰਤਦੇ ਨੇ। ਔਰ ਕੇਂਦਰ ਸਰਕਾਰ ਕੋਲੋਂ ਭੀਖ ਨਹੀਂ ਸੀ ਮੰਗਣੀ, ਉੱਥੇ ਵੀ ਇਹ ਗਲਤੀ ਕਰ ਗਏ ਨੇ। ਸਾਡਾ ਟੈਕਸਾਂ ਦਾ ਪੈਸਾ ਉੱਥੇ ਜਾਂਦਾ, ਟੈਕਸਾਂ ਦੇ ਰੂਪ 'ਚ ਇਕੱਠਾ ਹੋ ਕੇ ਪੈਸਾ ਉੱਥੇ ਜਾਂਦਾ, ਆਪਣਾ ਲਿਆਉਣਾ ਸੀ। ਤਾਂ ਸੂਬਿਆਂ ਦੇ ਹਰ ਕੇਂਦਰ ਦੇ ਸੰਬੰਧ ਨੇ ਆਪਸੀ ਸੰਬੰਧ ਨੇ, ਆਪਣਾ ਪੈਸਾ ਲੈਣ ਜਾਣਾ। ਕਹਿੰਦੇ ਜੀ ਆਫਤ ਆ ਗਈ ਏ, ਅਸੀਂ ਕਹਿੰਦੇ ਵੀ ਕੁਦਰਤੀ ਆਫਤ ਮੰਨ ਕੇ ਸਰਕਾਰ ਨੂੰ 100% ਇਹਦੇ 'ਤੇ ਮੁਆਵਜ਼ਾ ਦੇਣਾ ਚਾਹੀਦਾ। ਟੋਟਲ ਜਿੰਨੀਆਂ ਸਟੇਟਾਂ 'ਚ ਜਿਹੜੀਆਂ 'ਚ ਇਹ ਆਫਤ ਆਈ ਹੈ, ਕਿਤੇ ਸੋਕਾ ਪੈ ਗਿਆ, ਕਿਤੇ ਡੋਬਾ ਹੋਇਆ ਹੈ, ਉੱਥੇ ਹਰ ਇੱਕ ਜਗ੍ਹਾ 'ਤੇ ਜਿੱਥੇ ਨੁਕਸਾਨ ਹੋ ਗਿਆ ਉੱਥੇ ਸਰਕਾਰ ਨੂੰ ਉਹਨੂੰ ਕੁਦਰਤੀ ਆਫਤ ਮੰਨ ਕੇ ਤੇ 100% ਨੁਕਸਾਨ ਹੋਇਆ ਇਹ ਮੁਆਵਜ਼ਾ ਦੇਣਾ ਚਾਹੀਦਾ ਔਰ ਇਹਨਾਂ ਨੂੰ ਮੰਗਣਾ ਚਾਹੀਦਾ ਸੀ। ਇਹ ਕਹਿੰਦੇ ਨੇ ਸਾਡੇ ਕੋਲ ਵਾਧੂ ਪਿਆ, ਅਸੀਂ ਮੰਗ ਹੀ ਨਹੀਂ ਸਕਦੇ ਕੁਝ ਵੀ, ਨਾ ਹੀ ਮੰਗਣ ਜਾਣਾ ਹੀ ਹੈ। ਇਹ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਬਾਦਲ ਸਾਹਿਬ ਦੀ। ਮੁੱਖ ਮੰਤਰੀ ਸੀਗੇ, ਵਿਰੋਧੀ ਸਨ ਸਰਦਾਰ ਮਨਮੋਹਨ ਸਿੰਘ ਜੀ, ਤੇ ਬਾਦਲ ਸਾਹਿਬ ਇੱਕ ਫੁੱਲ ਲੈ ਕੇ ਜਾਂਦੇ ਸੀ, ਐਂ ਫੁੱਲ ਜਾ ਕੇ ਦੇਣਾ, ਫਤਿਹ ਬੁਲਾਉਣੀ, ਨਾਲੇ ਫੋਟੋਆਂ ਲੱਗ ਜਾਣੀ ਅਗਲੇ ਦਿਨ, ਤੇ ਨਾਲੇ ਉੱਥੋਂ ਪੈਸੇ ਲੈ ਆਉਣੇ। ਕਿੱਡੀ ਕੁ ਵੱਡੀ ਗੱਲ ਹੈ ਯਾਰ, ਨਿਆਂ ਕੋਈ ਗੱਲ ਨਾ ਪਊਗਾ। ਫਲ ਹਮੇਸ਼ਾ ਨੀਵਿਆਂ ਰੁੱਖਾਂ ਨੂੰ ਲੱਗੇ ਨੇ, ਆਕੜ ਨਾਲ ਤੇ ਲੱਗੇ ਨਹੀਂ, ਆਕੜ ਦੇ ਤੇ ਮੁਰਦੇ ਆ। ਫਲ ਨੀਵਿਆਂ ਨੂੰ ਲੱਗਦੇ ਨੇ, ਇਹ ਗੱਲ ਸੋਚ ਲੈਣੀ ਚਾਹੀਦੀ ਹੈ। ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਤੋਂ ਮਾਨ ਨਾ ਕਰੀ। ਬਿਲਕੁਲ। ਸੋ ਸ਼ਾਦੀਵਰ ਸਾਹਿਬ ਧੰਨਵਾਦ ਤੁਹਾਡਾ, ਮਿਹਰਬਾਨੀ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਬੂਟਾ ਸਿੰਘ ਸ਼ਾਦੀਵਪੁਰ, ਕਿਸਾਨ ਸਭਾ ਦੇ ਵਿੱਚ ਮੋਹਰਲੀ ਭੂਮਿਕਾ ਨਿਭਾਉਂਦੇ ਨੇ, ਦਿੱਲੀ ਅੰਦੋਲਨ ਦੇ ਵਿੱਚ ਵੱਡਾ ਰੋਲ ਹੈ ਇੱਕ ਇਹਨਾਂ ਦਾ। ਅੱਜ ਆਪਣੇ ਨਾਲ ਕਿਸਾਨੀ ਮਸਲਿਆਂ ਦੇ ਉੱਪਰ ਜੁੜੇ ਸੀ, ਜਿਹਦੇ 'ਚ ਕਿਸਾਨੀ ਅੰਦੋਲਨ, MSP, ਕਿਸਾਨ ਜਥੇਬੰਦੀਆਂ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਗੱਲ ਹੋਈ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਨਾਲ ਪੰਜਾਬੀ। ਧੰਨਵਾਦ।